सारे जहाँ से अच्छा हिंदुस्तान हमारा, हम बुलबुलें हैं इसकी, ये गुलिस्तान हमारा। गुलिस्तान ਦੀ ਵਿਰਾਨੀਅਤ ਜਿਹੜੀ ਹੈ ਕੌਂਸਟੀਟਿਊਸ਼ਨ ਦੀ ਸੋਲ ਦੇ ਉੱਤੇ ਕਿਸ ਤਰ੍ਹਾਂ ਅਟੈਕ ਹੋ ਰਹੇ ਨੇ, ਕਿਸ ਤਰ੍ਹਾਂ ਇਸ ਸੋਲ ਦੇ ਉੱਤੇ ਇਸ ਗੁਲਿਸਤਾਨ ਨੂੰ ਬਰਬਾਦੀ ਦੀ ਕਗਾਰ ਵੱਲ ਧੱਕਿਆ ਜਾ ਰਿਹਾ ਹੈ। ਔਰ ਇਸ ਦੇ ਉੱਤੇ ਜਿਹੜੀ ਹੈ ਇੱਕ ਵਿਚਾਰ, ਇੱਕ ਸਾਂਝ, ਇੱਕ ਐਕਸਪ੍ਰੈਸ਼ਨ ਆਫ ਸਪੀਚ, ਫਰੀडम ਆਫ ਪ੍ਰੈਸ ਅਤੇ ਹੋਰ ਜਿਹੜੀਆਂ ਗੱਲਾਂ ਕੌਂਸਟੀਟਿਊਸ਼ਨ ਦੇ ਵਿੱਚ ਸੀ ਉਹਨਾਂ ਨੂੰ ਕਿਸ ਤਰ੍ਹਾਂ ਜਿਹੜੇ ਨੇ ਅਮੀਰ ਲੋਕ ਹਿੰਦੁਸਤਾਨ ਦੀ ਜਿਹੜੀ ਹੈ ਤਕਦੀਰ ਉਸ ਨੂੰ ਆਪਣੀ ਐਫਰਟ ਨਾਲ ਬਦਲਣ ਦਾ ਯਤਨ ਕਰ ਰਹੇ ਨੇ ਹੈਪੋਥੈਟਿਕਲੀ। ਔਰ ਜੇ ਉਹ ਐਫਰਟ ਹੋ ਰਹੀ ਹੈ, ਬਦਲਣ ਦੀ ਐਫਰਟ ਹੋ ਰਹੀ ਹੈ, ਅਤੇ ਜਿੰਨਾ ਮੀਡੀਆ ਸੀਗਾ ਉਹ ਗੋਦੀ ਮੀਡੀਆ ਕਨਵਰਟ ਹੋ ਗਿਆ। ਔਰ ਸਾਡੀ ਇਨਫੋਰਮੇਸ਼ਨ ਐਂਡ ਬਰੋਡਕਾਸਟਿੰਗ ਮਿਨਿਸਟਰੀ ਜਿਹੜੀ ਹੈ ਉਹ ਇਹ ਜਿਹੜੇ ਬੈਰੀਕੇਡ ਲੱਗੇ ਹੋਏ ਨੇ ਪੀਲੇ, ਇਹ ਲਾਉਣ ਦੇ ਵਿੱਚ ਤਾਂ ਬੜੀ ਮਾਹਰ ਹੈ, ਲੇਕਿਨ ਇਹਨਾਂ ਨੂੰ ਤੋੜਨ ਦੇ ਵਿੱਚ ਮਾਹਰ ਨਹੀਂ। ਇਹਦੇ ਉੱਤੇ ਕਰਦੇ ਹਾਂ ਗੱਲ ਸਾਡੇ ਰਿਸਪੈਕਟਡ ਡਾਕਟਰ ਕਨੂ ਸ਼ਰਮਾ ਜੀ ਸਾਡੇ ਨਾਲ ਨੇ, ਉਹਨਾਂ ਨਾਲ। ਡਾਕਟਰ ਸਾਹਿਬ ਵੈਰੀ ਗੁੱਡ ਈਵਨਿੰਗ। ਗੁੱਡ ਆਫਟਰਨੂਨ ਸਰ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਮੇਰਾ ਬਹੁਤ ਬਹੁਤ ਜਿਹੜਾ ਹੈ ਵਾਰਮ ਵੈਲਕਮ ਹੈ ਇਸ ਸ਼ੋਅ 'ਤੇ। ਦੇਖੋ, ਅਸੀਂ ਇਹ YouTube ਚੈਨਲ ਜਦ ਬਣਾਇਆ ਸੀ ਤਾਂ ਸੋਚਿਆ ਨਹੀਂ ਸੀ ਕਿ ਇੰਨੇ ਸਾਰੇ ਸਰੋਤੇ ਸਾਡੇ ਨਾਲ ਕਨੈਕਟ ਹੋਣਗੇ, ਲੇਕਿਨ ਇਸ ਚੈਨਲ ਦੇ ਥਰੂ ਮੈਂ ਅਤੇ ਭੱਟੀ ਸਰ ਜਿਹੜਾ ਹੈ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਕੁਝ ਐਸੀਆਂ ਗੱਲਾਂ ਕਰੀਏ ਜਿਹੜੀ ਦਿਲ ਨੂੰ ਛੂਹ ਜਾਣ, ਕੁਝ ਐਸੀਆਂ ਗੱਲਾਂ ਕਰੀਏ ਜਿਹੜੀ ਸਮਾਜ ਲਈ ਰੈਲੀਵੈਂਟ ਹੋਣ, ਕੁਝ ਐਸੀਆਂ ਗੱਲਾਂ ਕਰੀਏ ਜਿਹਦੇ ਨਾਲ ਕੋਈ ਫਿਊਚਰ ਦੇ ਵਿੱਚ ਚੇਂਜ ਸਾਡੇ ਸੁਸਾਇਟੀ ਦੇ ਵਿੱਚ ਆਵੇ। ਸੋ ਅੱਜ ਸਰ ਗੱਲ ਕਰਨ ਜਾ ਰਹੇ ਇਸ ਟੌਪਿਕ ਬਾਰੇ। ਸਰ ਇੰਟਰੋਡਿਊਸ ਕਰਾਉਣਗੇ ਟੌਪਿਕ ਨੂੰ, ਫਿਰ ਅਸੀਂ ਉਹਦੇ 'ਤੇ ਗੱਲ ਕਰਾਂਗੇ। NDTV ਪ੍ਰਣਵ ਰਾਏ ਜੀ, ਉਹਨਾਂ ਦੀ ਸ਼੍ਰੀਮਤੀ ਨੇ, ਅਤੇ ਰਵੀਸ਼ ਕੁਮਾਰ ਦੀ 27 ਸਾਲ ਦੀ ਐਫਰਟ ਨੇ ਇਸ ਦੀ TRP ਨੂੰ ਇੰਨਾ ਵਧਾ ਦਿੱਤਾ ਕਿ ਸਰਕਾਰ ਨੂੰ ਇਹਦੇ ਤੋਂ ਖਤਰਾ ਮਹਿਸੂਸ ਹੋ ਗਿਆ, ਅਤੇ ਉਹਨਾਂ ਨੇ ਆਪਣਾ ਜਿਹੜਾ ਇੱਕ ਖਾਸ ਰਾਈਟ ਹੈਂਡ ਸੀ, ਜਿਹੜਾ ਕਿਸੇ ਵੀ ਤਰ੍ਹਾਂ ਲੋਨ ਦੀਆਂ ਜੱਦਾਂ ਅਤੇ ਕੱਦਾਂ ਦੇ ਵਿੱਚ ਫਸਿਆ ਹੋਇਆ ਹੈ, ਉਹ ਜਿਹੜਾ ਹੈ ਉਹਨਾਂ ਨੂੰ ਹਿੱਸੇਦਾਰੀ ਖਰੀਦ ਕਰਾ ਕੇ 51% ਦਾ ਸ਼ੇਅਰ ਹੋਲਡਿੰਗ ਕਰਾ ਦਿੱਤੀ ਹੈ। ਅਤੇ ਜੇ ਇਹ ਕਿਹਾ ਜਾਏ ਵੀ ਉਹ ਮਾਲਕ ਬਣ ਗਏ ਨੇ, ਅਤੇ ਐਜ਼ ਏ ਪ੍ਰੋਟੈਸਟ ਮਿਸਿਜ਼ ਐਂਡ ਮਿਸਟਰ ਰਾਏ ਅਤੇ ਰਵੀਸ਼ ਕੁਮਾਰ ਜੀ ਰਿਜ਼ਾਈਨ ਕਰ ਗਏ ਨੇ। NDTV ਦੀ ਜਿਹੜੀ ਜਾਨ ਸੀਗੀ ਉਹ ਕੱਲ੍ਹ ਨਿਕਲ ਗਈ ਹੈ। ਇਹਦੇ ਉੱਤੇ ਕਿੰਨਾ ਕੁ ਮਾਨ ਸਨਮਾਨ ਵਧਿਆ ਦੇਸ਼ ਦਾ, ਇਹਦੇ 'ਤੇ ਕਰਦੇ ਹਾਂ ਗੱਲ। ਰਾਈਟ ਟੂ ਐਕਸਪ੍ਰੈਸ਼ਨ, ਸਪੀਚ ਐਂਡ ਫਰੀडम ਆਫ ਪ੍ਰੈਸ। ਸਰ ਪਹਿਲਾਂ ਤਾਂ ਬੜਾ ਹੀ ਸੋਸ਼ਲੀ ਰੈਲੀਵੈਂਟ ਟੌਪਿਕ ਹੈ, ਜਿਹਦੇ 'ਤੇ ਪਹਿਲਾਂ ਮੈਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੂੰਗੀ ਕਿ ਮੇਰੀ ਖੁਦ ਦੀ ਲਿਖੀ ਹੋਈ ਇੱਕ ਬੁੱਕ ਜਿਹੜੀ ਹੈ ਸਾਹਮਣੇ ਆਈ ਹੈ, ਲੇਟੈਸਟ ਰੀਸੈਂਟਲੀ 2 ਮੰਥਸ ਅਗੋ ਲਾਂਚ ਹੋਈ ਹੈ, ਮਾਰਕੀਟ ਦੇ ਵਿੱਚ ਆਈ ਹੈ, ਗੂਗਲ ਐਮਾਜ਼ੋਨ 'ਤੇ ਵੀ ਉਹ ਅਵੇਲੇਬਲ ਹੈ, ਜਿਹਦਾ ਨਾਮ ਹੈ ਹੂ ਥ੍ਰੈਟਨਡ ਦੀ ਪ੍ਰੈਸ। ਸੋ ਇਹ ਜਿਹੜੀ ਬੁੱਕ ਹੈ ਇਹ ਇੱਕ ਕੁਐਸਚਨ ਤੋਂ ਸ਼ੁਰੂ ਹੋ ਕੇ ਉਹਦੇ ਆਨਸਰਸ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਸਵਾਲਾਂ ਦੇ ਜਵਾਬ ਜਿਹੜੇ ਹੈ ਮੈਂ ਦੇਵਾਂ ਥਰੂ ਮਾਈ ਬੁੱਕ। ਅਤੇ ਅੱਜ ਮੇਰੀ ਹੀ ਬੁੱਕ ਇੰਨੀ ਸੋਸ਼ਲੀ ਰੈਲੀਵੈਂਟ ਹੋ ਜਾਏਗੀ, ਇਵਨ ਆਈ ਐਮ ਸੋ ਸਰਪ੍ਰਾਈਜ਼ਡ ਕਿ NDTV ਦੇ ਸੀਨੀਅਰ ਜਰਨਲਿਸਟ ਰਵੀਸ਼ ਕੁਮਾਰ ਜੀ ਦੇ ਰਿਜ਼ਾਈਨ ਕਰਨ ਨਾਲ ਇੱਕ ਨਵਾਂ ਹੀ ਪਲੈਥੋਰਾ ਆਫ ਕੁਐਸਚਨਸ ਜਿਹੜਾ ਹੈ, ਕਲਾਊਡ ਆਫ ਕੁਐਸਚਨਸ ਜਿਹੜਾ ਹੈ, ਕਲਾਊਡ ਆਫ ਡਾਊਟਸ ਜਿਹੜੇ ਹੈ ਉਹ ਸਾਡੇ ਸੁਸਾਇਟੀ ਦੇ ਵਿੱਚ ਆ ਗਏ। ਕਹਿੰਦੇ ਇੱਕ ਨਿਊਜ਼ਪੇਪਰ ਹੈਡਲਾਈਨ ਪੜ੍ਹੀ ਸੀ ਮੈਂ, ਈਕੋਸਿਸਟਮ ਆਫ ਜਰਨਲਿਜ਼ਮ ਹੈਜ਼ ਡਾਈਡ। ਕਹਿੰਦੇ ਜਿਹੜਾ ਇੱਕ ਇਨਵਾਇਰਮੈਂਟ ਸੀ ਜਰਨਲਿਜ਼ਮ ਦਾ, ਜਿਹੜਾ ਇੱਕ ਜੋ ਜੂਰਿਸਪ੍ਰੂਡੈਂਸ ਜਿਹਨੂੰ ਆਪਾਂ ਕਹਿੰਦੇ ਆਪਣੇ ਲਾਅ ਦੀ ਲੈਂਗੁਏਜ ਕ੍ਰੀਏਟ ਕੀਤਾ ਗਿਆ ਸੀ ਬਾਏ ਮਿਸਟਰ ਰਵੀਸ਼ ਕੁਮਾਰ, ਉਹ ਮਰ ਚੁੱਕਾ ਹੈ, ਉਹਦੀ ਡੈਥ ਹੋ ਗਈ ਹੈ। ਅਤੇ ਮੇਰਾ ਐਜ਼ ਅ ਲਾਇਰ, ਐਜ਼ ਅ ਸੋਸ਼ਲ ਐਕਟਿਵਿਸਟ ਮੰਨਣਾ ਹੈ ਕਿ ਇਟ ਇਜ਼ ਡੈਥ ਆਫ ਡੈਮੋਕ੍ਰੇਸੀ, ਦਿਸ ਇਜ਼ ਮਰਡਰ ਆਫ ਡੈਮੋਕ੍ਰੇਸੀ। ਇਹ ਜਦੋਂ ਵੀ ਰੈਜ਼ਿਗਨੇਸ਼ਨਸ ਇਸ ਤਰ੍ਹਾਂ ਦੇ ਆਉਂਦੇ ਹੈ, ਉਹਦਾ ਮੇਨ ਕਾਰਨ ਜਿਹੜਾ ਹੈ ਵੈਨ ਪਰਸਨ ਫੇਲਸ ਟੂ ਐਕਸਰਸਾਈਜ਼ ਹਿਜ਼ ਔਰ ਹਰ ਪਾਵਰ freely or without discretion, or that person has to exercise power under pressure, or you're threatened, intimidated by your higher officials or board of directors, etc., etc. Only then this issue of resignation comes up. It is a terrorist act and activity, and if it is stated it is a state terrorism or a information and broadcasting ministry terrorism, do you agree with this? Absolutely sir, ਇਹ ਇੱਕ ਜਿਹੜਾ ਹੈ ਮੀਡੀਆ ਦੇ ਵਿੱਚ ਟੈਰਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਥ੍ਰੈਟ ਜਿਹੜਾ ਹੈ
ਪ੍ਰੈਸ, ਮੈਂ ਹਮੇਸ਼ਾ ਵਰਡ ਪ੍ਰੈਸ ਜ਼ਿਆਦਾ ਪ੍ਰੈਫਰ ਕਰਦੀ ਹਾਂ ਯੂਜ਼ ਕਰਨਾ ਐਜ਼ ਕੰਪੇਅਰ ਟੂ ਮੀਡੀਆ ਔਰ ਸਮਥਿੰਗ ਐਲਸ। ਲੇਕਿਨ ਕਿਉਂਕਿ ਪ੍ਰੈਸ ਜਿਹੜਾ ਹੈ ਇਟ ਟੇਕਸ ਯੂ ਬੈਕ ਟੂ ਦੀ ਰੂਟਸ ਆਫ ਜਰਨਲਿਜ਼ਮ ਵਿਚ ਸਟਾਰਟਸ ਫਰਮ ਪ੍ਰਿੰਟ ਮੀਡੀਆ। आजकल सोशल मीडिया का ज़माना है, आजकल टीवी जर्नलिज्म बड़ा इन है, लेकिन प्रिंट मीडिया की जो पावर है दैट कैन नॉट बी अंडर एस्टिमेटेड एट एनी कॉस्ट। सो इंटीमिडेट जिहड़ा इन्हां नूं कीता गया जर्नलिस्ट नूं, इन्हां दी फ्रीडम ऑफ स्पीच एंड एक्सप्रैशन नूं करटेल करन दी कोशिश की गई है इन दी गार्ब ऑफ, इन दी डिसगाइज ऑफ सोशल सिक्योरिटी और इंटरस्ट ऑफ द स्टेट। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈ ਇਹ ਬਹੁਤ ਹੀ ਕਾਮਨ ਹੋ ਚੁੱਕੀਆਂ ਹੈ। ਰਵੀਸ਼ ਕੁਮਾਰ ਇਜ਼ ਦੀ stark example, the glaring example of murdering democracy or closing the mouth of a journalist who wanted to express his dissent or disagreement or disappointment or wanted to criticize the government। ਅੱਜ ਰਾਤ ਨੂੰ ਪ੍ਰਾਈਮ ਟੀਵੀ ਪ੍ਰਾਈਮ ਟਾਈਮ ਜਿਹੜਾ ਇਹਦੇ ਤੇ ਚੱਲਦਾ ਸੀਗਾ NDTV ਤੇ ਉਹ ਦੇਖਿਆ ਤੇ ਬਹੁਤੇ ਲੋਕਾਂ ਨੇ ਬੜਾ ਅੱਖਾਂ 'ਚ ਹੰਝੂ ਸੀਗੇ ਕਿ ਦੇਸ਼ ਦੀ ਤਕਦੀਰ ਕੀ ਲਿਖੀ ਜਾ ਰਹੀ ਹੈ। ਕਿ ਇਹੋ ਜਿਹੀ ਐਕਟੀਵਿਟੀ ਦੇ ਉੱਤੇ UAPA ਲੱਗਦਾ ਜਾਂ ਨਹੀਂ ਲੱਗਦਾ, ਇਹਦੇ ਬਾਰੇ ਕੁਝ ਕਹੋਗੇ? देखो कुछ फेमस ਜਿਹੜੇ प्रोग्राम ਸੀਗੇ ਰਵੀਸ਼ ਕੁਮਾਰ ਜੀ ਦੇ, ਪ੍ਰਾਈਮ ਟਾਈਮ, ਰਵੀਸ਼ ਕੀ ਰਿਪੋर्ट ਐਟਸੈਟਰਾ ਜਿਹੜੇ ਵੀ ਇਹਨਾਂ ਦੇ ਜਿਵੇਂ ਕੋਇਨ ਕੀਤਾ ਹੈ ਵਰਡ ਗੋਦੀ ਮੀਡੀਆ ਟਰਮ ਹੈਜ਼ ਬੀਨ ਕੋਇਨਡ ਬਾਈ ਮਿਸਟਰ ਰਵੀਸ਼ ਕੁਮਾਰ। ਜਿਹੜਾ ਇਹ ਲੈਪ ਡੌਗ ਜਿਹਨੂੰ ਆਪਾਂ ਕਹਿੰਦੇ ਆ ਕਿ ਗੋਦੀ ਮੀਡੀਆ ਜਿਹੜਾ ਹਜੇ ਵੀ ਰਵੀਸ਼ ਕੁਮਾਰ ਜੀ ਦੀ ਇੰਟਰਵਿਊਜ਼ 'ਚ ਵੀ ਇਹੀ ਆ ਰਿਹਾ ਕਿ ਅਗੇਨ ਇਟ ਇਜ਼ ਸਟਿਲ ਐਗਜ਼ਿਸਟਿੰਗ। ਲੇਕਿਨ ਜਿਹੜਾ ਸਿੱਧਾ ਅਟੈਕ ਕੀਤਾ ਗਿਆ ਹੈ ਐਸੇ ਸੀਨੀਅਰ ਜਰਨਲਿਸਟ 'ਤੇ ਜਿਹਦੇ ਵਿੱਚ ਉਹਨਾਂ ਨੇ ਡਾਇਰੈਕਟਲੀ ਤੁਹਾਡੀ ਪਾਵਰ ਔਰ ਯੋਰ ਡਿਸਕ੍ਰੀਸ਼ਨ ਜਿਹੜੀ ਆਪਾਂ ਐਕਸਰਸਾਈਜ਼ ਕਰਦੇ ਹਾਂ, ਫਰੀडम ਆਫ ਸਪੀਚ ਜਿਹੜੀ ਹੈ ਉਹਦੇ ਉੱਤੇ ਅਟੈਕ ਕੀਤਾ ਹੈ। ਜਿਹੜਾ ਸਾਡਾ ਬੋਲਣ ਦਾ ਹੱਕ ਹੈ, ਸਾਡਾ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦਾ ਹੱਕ ਹੈ, ਜਿਹੜਾ ਸਾਡਾ ਕ੍ਰਿਟਿਸਾਈਜ਼ ਕਰਨ ਦਾ ਹੱਕ ਹੈ, ਅਪੋਜ਼ ਕਰਨ ਦਾ ਹੱਕ ਹੈ, ਡਾਈਸੈਂਟ ਕਰਨ ਦਾ ਹੱਕ ਹੈ, ਉਹ ਸਾਰੀ ਚੀਜ਼ਾਂ ਦੇ ਉੱਤੇ ਇਹਨਾਂ ਨੇ ਰੋਕ ਲਗਾਇਆ ਹੈ, ਉਹਨੂੰ ਅਟੈਕ ਕੀਤਾ ਹੈ। ਕਿਉਂਕਿ ਜਿਹੜੇ ਫਰੀडम ਆਫ ਸਪੀਚ ਹੈ ਉਹ ਦੇ ਵਾਂਟ ਟੂ ਰੈਗੂਲੇਟ ਇਟ, ਦੇ ਵਾਂਟ ਟੂ ਕਰਟੇਲ ਇਟ। ਕਿ ਗਵਰਨਮੈਂਟ ਚਾਹੁੰਦੀ ਹੈ ਕਿ ਜਿਹੜੀ ਇਹਨਾਂ ਦੀ ਜ਼ੁਬਾਨ ਹੈ ਉਹ ਸਾਡੇ ਤਾਲੇ ਦੀ ਚਾਬੀ ਨਾਲ ਹੀ ਖੁੱਲ੍ਹੇ ਅਤੇ ਸਾਡੇ ਚਾਬੀ ਨਾਲ ਹੀ ਬੰਦ ਹੋਵੇ। ਤਾਂ ਉਸ ਚੀਜ਼ ਨੂੰ ਜਿਹੜਾ ਜ਼ੁਬਾਨ ਜਿਹੜੀ ਵੋਇਸ ਹੈ, ਕਹਿੰਦੇ ਜਿਹੜੀ ਪੀਪਲਜ਼ ਵੋਇਸ ਹੈ, ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਥਰੂ ਰਵੀਸ਼ ਕੁਮਾਰ। We the people of India suffered a great setback in these terms which are explained to you, and at the same time if I say it would not be unbecoming of my statement, ਅੱਗੋਂ ਜਿਹੜਾ ਅਟੈਕ ਹੈ ਉਹ ਇਹਦੇ ਉੱਤੇ ਵੀ ਹੋਣ ਵਾਲਾ ਹੈ। ਜਿਹੜਾ ਸੋਸ਼ਲ ਮੀਡੀਆ ਜਿਹੜਾ ਉਹ ਕਾਊਂਟਰ ਕਰ ਰਿਹਾ ਗੋਦੀ ਮੀਡੀਆ ਨੂੰ, ਔਰ ਇਹਨਾਂ ਦੀ TRP ਬੜੀ ਗਿਰ ਚੁੱਕੀ ਹੈ। ਔਰ ਕਈ ਵਾਰੀ ਤਾਂ ਇੱਥੋਂ ਤੱਕ ਆ ਜਾਂਦੀ ਹੈ ਗੱਲ ਕਿ ਇਹਨਾਂ ਦੇ ਜਿੰਨੇ ਵੀ ਕਰਸਪੋਂਡੈਂਟ ਹੈ, ਰਿਪੋਰਟਰਸ ਹੈ, ਸਾਰਾ ਕੁਛ ਹੈ ਉਹ ਬੌਂਡਿਡ ਲੇਬਰ ਦਾ ਕੰਮ ਕਰ ਰਹੇ ਹਨ, ਜਦ ਕਿ ਬੌਂਡਿਡ ਲੇਬਰ ਜਿਹੜੀ ਹੈ ਇਹ ਸਾਡੇ ਕੌਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਇਟ ਇਜ਼ ਪ੍ਰੋਹਿਬਿਟਡ। ਇਹਦੇ ਬਾਰੇ ਕੁਝ ਜੀ ਸਰ ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਵਾਇਲੈਂਸ ਸਭ ਤੋਂ ਜ਼ਿਆਦਾ ਵਧਿਆ ਜੀ। ਜਰਨਲਿਸਟ ਦੇ ਉੱਤੇ ਜਿੰਨੇ ਅਟੈਕ ਅੱਜ ਦੀ ਡੇਟ 'ਚ ਸਟੈਟਿਸਟਿਕਸ ਚੱਕੋ, ਬਿਕੋਜ਼ ਆਈ ਹੈਵ ਰਿਟਨ ਅ ਬੁੱਕ ਰੀਸੈਂਟਲੀ ਔਨ ਦਿਸ, ਤਾਂ ਜਰਨਲਿਸਟ ਦੇ ਉੱਤੇ ਜਿੰਨੇ ਅਟੈਕਸ ਹੋ ਰਹੇ ਹੈ, ਚਾਹੇ ਇਟ ਇਜ਼ ਰਿਲੇਟਿਡ ਟੂ ਅਫਗਾਨਿਸਤਾਨ, ਤਾਲਿਬਾਨ ਔਰ ਪਾਕਿਸਤਾਨ, ਇੱਦਾਂ ਦੇ ਜਿਹੜੇ ਸੈਂਸਿਟਿਵ JNK ਇਹੋ ਜਿਹੇ ਸੈਂਸਿਟਿਵ ਇਸ਼ੂਜ਼ ਆ, ਉੱਥੇ ਸਭ ਤੋਂ ਜ਼ਿਆਦਾ ਜਰਨਲਿਸਟ 'ਤੇ ਅਟੈਕ ਹੁੰਦਾ। ਜਿਵੇਂ DU ਦਾ ਮੈਟਰ ਸੀ, ਉੱਥੇ ਕਿੰਨੇ ਸਾਰੇ ਜਰਨਲਿਸਟ ਤੇ ਸਟੂਡੈਂਟਸ 'ਤੇ ਅਟੈਕ ਹੋਇਆ। JNU ਦਾ ਮੈਟਰ ਸੀ। ਉਸੀ ਤਰ੍ਹਾਂ ਜਦੋਂ ਵੀ ਜਰਨਲਿਜ਼ਮ ਕਿਤੇ ਵੱਧ ਚੜ੍ਹ ਕੇ ਹਿੱਸਾ ਲੈਂਦਾ, ਉੱਥੇ ਡੈਫੀਨੇਟਲੀ ਇਹਨਾਂ 'ਤੇ ਅਟੈਕ ਹੁੰਦਾ ਹੀ ਹੁੰਦਾ। ਬਟ ਪੁਆਇੰਟ ਇੱਥੇ ਇਹ ਹੈ ਕਿ ਬੌਂਡਿਡ ਲੇਬਰ ਦੀ ਜਿੱਦਾਂ ਤੁਸੀਂ ਗੱਲ ਕੀਤੀ ਹੈ, ਜਦੋਂ ਤੁਸੀਂ ਕਿਸੇ ਨੂੰ ਰਿਸਟ੍ਰਿਕਟ ਕਰ ਦੋਗੇ, ਜਦੋਂ ਤੁਸੀਂ ਉਹਨਾਂ ਨੂੰ ਸਿਰਫ ਸੈਲਰੀ ਬੇਸਡ ਕਰ ਦੋਗੇ ਕਿ ਜੀ ਤੁਸੀਂ ਤਨਖਾਹ ਲੈਣੀ ਤਾਂ ਸਾਡੇ ਅਕੋਰਡਿੰਗ ਬੋਲਣਾ, ਸਕ੍ਰਿਪਟ ਜਿਹੜਾ ਆਲਰੇਡੀ ਉਹਨਾਂ ਕੋਲ ਲਿਖ ਕੇ ਆ ਜਾਂਦਾ, ਕੰਟੈਂਟ ਲਿਖ ਕੇ ਆ ਜਾਂਦਾ, ਬਸ ਤੁਸੀਂ ਉਹਨੂੰ ਬੋਲਣਾ ਹੈ TV ਦੇ ਉੱਤੇ। ਸੋ ਅਗਰ ਇਸ ਤਰ੍ਹਾਂ ਦੇ ਚੈਨਲਸ ਜਾਂ ਇਸ ਤਰ੍ਹਾਂ ਦੇ ਪ੍ਰੋਗਰਾਮਸ ਨੂੰ ਪ੍ਰਮੋਟ ਕੀਤਾ ਜਾਏਗਾ ਤਾਂ ਡੈਫੀਨੇਟਲੀ ਥੀਸ ਜਰਨਲਿਸਟ ਵਿਲ ਓਨਲੀ ਬੀ ਕਾਲਡ ਐਜ਼ ਬੌਂਡਿਡ ਲੇਬਰਸ। ਇੱਕ ਚੀਜ਼ ਹੋਰ, ਰਾਈਟ ਟੂ ਇਨਫੋਰਮੇਸ਼ਨ ਐਕਟ ਜਿਹੜਾ ਬਾਹਰਲੇ ਦੇਸ਼ਾਂ ਵਿੱਚ ਫਰੀडम ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇਹਦੇ ਵੀ ਜਿਹੜੇ ਨੇ ਐਕਟਿਵਿਸਟ ਉਹਨਾਂ ਦੇ ਉੱਤੇ ਵੀ ਬੜੇ ਅਟੈਕ ਹੋਏ ਨੇ, ਔਰ ਕਾਫੀ RTI ਐਕਟਿਵਿਸਟ ਨੂੰ ਆਪਣੀ ਖੂਨ ਦੀ ਆਹੂਤੀ ਦੇਣੀ ਪੈ ਗਈ ਹੈ ਇਸ ਦੇਸ਼ ਦੀ ਖਾਤਰ, ਜਿਨ੍ਹਾਂ ਦੀ ਵੀ ਦੀ ਪੀਪਲ ਆਫ ਇੰਡੀਆ, ਜਿਨ੍ਹਾਂ ਨੇ ਆਪਣੇ ਆਪ ਨੂੰ ਆਪਣਾ ਸੰਵਿਧਾਨ ਸਮਰਪਿਤ ਕੀਤਾ ਹੈ, ਔਰ ਉਹਨਾਂ ਦੀ ਪ੍ਰੋਟੈਕਸ਼ਨ ਕਰਨ ਲਈ UAPA ਨਹੀਂ, UAPA ਕੀ ਹੈ, ਇਹ ਸਾਮ ਦਾਮ ਦੰਡ ਭੇਦ, ਔਰ ਇਸ ਨੂੰ ਕੌਣ ਵਰਤੋਂ ਵਿੱਚ ਲਿਆ ਰਿਹਾ, ਇਹਦੇ ਬਾਰੇ ਕੁਝ ਦੱਸੋਗੇ? ਸਰ ਜਿਵੇਂ ਤੁਸੀਂ ਗੱਲ ਕੀਤੀ ਕਿ ਸੰਵਿਧਾਨ ਦੇ ਵਿੱਚ ਆਲਰੇਡੀ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਦੇ ਵਿੱਚ ਇੰਕਲੂਡ ਹੁੰਦਾ ਰਾਈਟ ਟੂ ਇਨਫੋਰਮੇਸ਼ਨ। ਬਹੁਤ ਪਹਿਲਾਂ ਇਹ ਇੰਪਲੀਸਿਟ ਹੋ ਗਿਆ ਸੀ ਅੰਡਰ ਆਰਟੀਕਲ 19 ਰਾਈਟ ਟੂ ਇਨਫੋਰਮ।
ਸੋ ਰਾਈਟ ਟੂ ਇਨਫੋਰਮ ਦੇ ਵਿੱਚ ਫਰੀडम ਆਫ ਪ੍ਰੈਸ ਇੱਕ ਬਹੁਤ ਵੱਡਾ ਜਿਹੜਾ ਹੈ ਕੁਇੰਟੈਸੈਂਸ਼ੀਅਲ ਫੀਚਰ ਹੈ। ਤੇ ਜਿੱਦਾਂ ਹੀ ਤੁਸੀਂ ਸਿਟੀਜ਼ਨਸ ਨੂੰ ਇਹ ਰਾਈਟ ਦਿੰਦੇ ਹੋ, ਰਾਈਟ ਟੂ ਨੋ, ਉੱਥੇ ਹੀ ਤੁਹਾਡਾ ਫਰੀडम ਪ੍ਰੈਸ ਦੀ ਡਿਊਟੀ ਬਣ ਜਾਂਦੀ ਹੈ ਕਿ ਆਪਣੀ ਉਸ ਫਰੀडम ਨੂੰ ਐਕਸਰਸਾਈਜ਼ ਕਰਦੇ ਹੋਏ ਸਾਨੂੰ ਇਨਫੋਰਮ ਕਰਨ, ਸਾਨੂੰ ਨੌਲੇਜ ਦੇਣ, ਸਾਨੂੰ ਆਪਣੇ ਕੈਂਡੀਡੇਟਸ ਬਾਰੇ, ਸਾਨੂੰ ਉਹਨਾਂ ਦੇ ਐਂਟੀਸੀਡੈਂਟਸ ਬਾਰੇ, ਕੀ ਚੱਲ ਰਿਹਾ ਹੈ ਪੋਲੀਟਿਕਸ ਦੇ ਵਿੱਚ, ਤੇ ਕੁਝ ਜਿਹੜੇ ਪੋਲੀਟਿਕਸ ਦੇ ਮੇਨ ਮੁੱਦੇ ਹੈ, ਜਿਵੇਂ ਕਿ ਹਾਇਰਾਰਕੀ ਦੇ ਵਿੱਚ ਲੋਕ ਜਿਹੜਾ ਹੈ ਡੈਕੇਡਸ ਦੇ ਵਿੱਚ ਲੋਕ ਆਪਣੇ ਆਪਣੇ ਬੱਚਿਆਂ ਨੂੰ ਅੱਗੇ ਦਿੰਦੇ ਰਹਿੰਦੇ ਹੈ, ਵੰਸ਼ਵਾਦ ਜਿਹਨੂੰ ਕਹਿੰਦੇ ਆ, ਤੇ ਉਹ ਲੈਗੇਸੀ ਜਿਹੜੀ ਹੈ ਫਾਰਵਰਡ ਹੁੰਦੀ ਹੈ ਪੋਲੀਟਿਕਸ ਦੇ ਵਿੱਚ, ਤੇ ਉਹਦੇ ਦੇ ਬੱਚੇ ਹੀ ਅੱਗੇ ਉਹਨੂੰ ਕਰਦੇ, ਆਮ ਲੋਕ ਉਹਦੇ ਵਿੱਚ ਹਿੱਸਾ ਨਹੀਂ ਲੈ ਪਾਉਂਦੇ। ਤੇ ਕਿਸ ਤਰ੍ਹਾਂ ਇਹ ਪੋਲੀਟਿਕਸ ਜਿਹੜਾ ਹੈ ਡੇਲੀ ਵਰਲਡ ਦੇ ਵਿੱਚ ਸਾਡੇ ਰੈਲੇਵੈਂਟ ਹੈ, ਕਿਸ ਤਰ੍ਹਾਂ ਇਹ ਪੋਲੀਟਿਕਸ ਸਾਡੀ ਡੇਲੀ ਲੋਕਾਂ ਦੀ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਟ ਹੈ, ਇਹ ਸਾਰਾ ਕੁਝ ਦਰਸਾਉਂਦੀ ਹੈ ਸਾਡੀ ਜਰਨਲਿਜ਼ਮ, ਇਹ ਸਾਰਾ ਕੁਝ ਸਾਨੂੰ ਦੱਸਦੀ ਹੈ ਸਾਡੀ ਪ੍ਰੈਸ, ਇਹ ਸਾਨੂੰ ਰੀਅਲਾਈਜ਼ ਕਰਾਉਂਦੀ ਹੈ ਸਾਡੀ ਫਰੀडम ਆਫ ਸਪੀਚ ਦੇ ਥਰੂ ਕਿ ਬਈ ਕਿਸ ਤਰ੍ਹਾਂ ਇਹ ਸਾਡੀ ਸਾਰੀ ਚੀਜ਼ਾਂ ਤੁਹਾਡੀ ਵੌਇਸ ਨੂੰ ਇਫੈਕਟ ਕਰਦੀ ਹੈ ਐਜ਼ ਅ ਲਾਇਰ, ਐਜ਼ ਅ ਸਿਟੀਜ਼ਨ। ਸਾਡੀ ਪਬਲਿਕ ਓਪੀਨੀਅਨ ਹੀ ਇਹਨਾਂ ਦੇ ਥਰੂ ਜਿਹੜਾ ਹੈ ਸਰਕਾਰ ਤੱਕ ਜਾਂਦੀ ਹੈ, ਸਰਕਾਰ ਦੀ ਪਾਲਿਸੀਜ਼ ਸਾਡੇ ਥਰੂ ਜਿਹੜਾ ਹੈ ਕ੍ਰਿਟਿਸਾਈਜ਼ ਹੁੰਦੀਆਂ। ਅਗੇਨ ਇਟ ਇਜ਼ ਅ ਵਿਸ਼ੀਅਸ ਸਰਕਲ, ਜਿਹੜੀ ਇਕੋਨਮੀ ਇਦਾਂ ਹੀ ਚੱਲਦੀ ਹੈ, ਪੋਲੀਟਿਕਸ ਇਸੇ ਤਰ੍ਹਾਂ ਚੱਲ ਰਹੀ ਹੈ। ਸੋ ਮੈਨੂੰ ਲੱਗਦਾ ਹੈ ਕਿ ਰਾਈਟ ਟੂ ਇਨਫੋਰਮੇਸ਼ਨ ਜਿਹੜਾ ਬਹੁਤ ਹੀ ਇੰਪੋਰਟੈਂਟ ਹਿੱਸਾ ਹੈ। ਇੱਕ ਚੀਜ਼ ਤੁਸੀਂ ਹੋਰ ਦੇਖੋ, ਜੇ ਇਹ ਦੇਖੀ ਜਾਵੇ ਰਾਈਟ ਟੂ ਇਨਫੋਰਮੇਸ਼ਨ ਦੇ ਵਿੱਚ ਜਿਹੜੇ ਐਕਟਿਵਿਸਟ ਸੀ ਉਹਨਾਂ ਬੜਿਆਂ ਦੀ ਬਲੀ ਚੜ੍ਹ ਗਈ, ਔਰ ਜੇ ਇਹ ਕ੍ਰਿਟਿਸਿਜ਼ਮ ਗਵਰਨਮੈਂਟ ਨਹੀਂ ਸੁਣ ਸਕਦੀ, ਨਹੀਂ ਦੇਖ ਸਕਦੀ, ਨਹੀਂ ਸਮਝ ਸਕਦੀ, ਤੇ ਕੀ ਸਾਡਾ ਦੇਸ਼ ਸਾਰੇ ਜਹਾਂ ਸੇ ਅੱਛਾ ਰਹਿ ਜਾਏਗਾ? ਸਰ ਦੇਖੋ, ਕ੍ਰਿਟਿਸਿਜ਼ਮ ਬਹੁਤ ਇੰਨਾ ਮਤਲਬ ਰੈਲੀਵੈਂਟ ਐਂਡ ਲੌਜੀਕਲ ਕੁਐਸਚਨ ਤੁਸੀਂ ਪੁੱਛਿਆ, ਔਰ ਇਹਦਾ ਆਨਸਰ ਮੈਂ ਪਰਸਨਲੀ ਦੇਣਾ ਚਾਹੂੰਗੀ, ਕਿਉਂਕਿ ਮੈਂ ਖੁਦ ਕੁਝ ਚੀਜ਼ਾਂ ਜਿਹੜਾ ਹੈ ਆਪਣੇ ਸਰੋਤਿਆਂ ਦੇ ਥਰੂ ਕਲੈਰੀਫਾਈ ਕਰਨਾ ਚਾਹੂੰਗੀ ਕਿ ਕ੍ਰਿਟਿਸਿਜ਼ਮ ਵੀ ਦੋ ਤਰ੍ਹਾਂ ਦੇ ਹੁੰਦੇ ਆ। ਇੱਕ ਹੁੰਦਾ ਫੀਡਬੈਕ, ਜਿਹਨੂੰ ਆਪਾਂ ਕਹਿੰਦੇ ਹੈਲਦੀ ਕ੍ਰਿਟਿਸਿਜ਼ਮ, ਇੱਕ ਹੁੰਦਾ ਹੈ ਓਪੋਜੀਸ਼ਨ, ਜਿਹੜਾ ਨੈਗੇਟਿਵ ਸੈਂਸ 'ਚ ਵੀ ਚਲਾ ਜਾਂਦਾ ਹੈ। ਸੋ ਜਦੋਂ ਵੀ ਤੁਹਾਨੂੰ ਸਰਕਾਰ ਨੂੰ ਅਸੀਂ ਕੋਈ ਫੀਡਬੈਕ ਦਿੰਦੇ ਹਾਂ, ਕੋਈ ਹੈਲਦੀ ਕ੍ਰਿਟਿਸਿਜ਼ਮ ਕਰਦੇ ਹਾਂ, ਜਾਂ ਜੋ ਲੋਕ ਪੋਜ਼ਿਟਿਵਲੀ ਪੋਲੀਟਿਕਸ ਨੂੰ ਲੈ ਕੇ ਕੁਝ ਰਿਫਾਰਮਸ ਕਰਨਾ ਚਾਹੁੰਦੇ ਆ, ਸਾਡੇ ਵਰਗੇ ਸੋਸ਼ਲ ਐਕਟਿਵਿਸਟ ਜੋ ਸ਼ਾਇਦ ਇਸ ਹਾਈ ਕੋਰਟ ਦੇ ਵਿੱਚ ਕੁਝ ਰਿਫਾਰਮਸ ਕਰਨਾ ਚਾਹੁੰਦੇ ਆ, ਜਾਂ ਬਾਹਰ ਸਟੇਟ ਦੇ ਵਿੱਚ ਆਪਣੇ ਕੋਈ ਰਿਫਾਰਮਸ ਕਰਨਾ ਚਾਹੁੰਦੇ ਆ, ਜਾਂ ਪਾਰਲੀਮੈਂਟ ਲੈਵਲ ਤੇ ਕੋਈ ਰਿਫਾਰਮ ਕਰਨਾ ਚਾਹੁੰਦੇ ਆ, ਉਹਨਾਂ ਲਈ ਗਵਰਨਮੈਂਟ ਨੂੰ ਜਾਂ ਸਿਟਿੰਗ ਓਫੀਸ਼ੀਅਲਸ ਨੂੰ ਕ੍ਰਿਟਿਸਾਈਜ਼ ਕਰਨਾ ਇਜ਼ ਹੈਲਦੀ ਕ੍ਰਿਟਿਸਿਜ਼ਮ, that is feedback, that is majorly and significantly for reforms at that particular place, or maybe to give information to people who do not know what is happening in those offices. ਲੇਕਿਨ ਦੂਸਰੀ ਗੱਲ ਜਿਹੜੀ ਸਰਕਾਰ ਨੂੰ ਕ੍ਰਿਟਿਸਾਈਜ਼ ਕਰਨ ਵਾਲੀ ਕੁਝ ਹੁੰਦੇ ਆ ਨੈਗੇਟਿਵ, ਜਿਵੇਂ ਨੈਗੇਟਿਵ ਪਬਲਿਸਿਟੀ ਜਿਹਨੂੰ ਆਪਾਂ ਕਹਿੰਦੇ ਆ। ਕੁਝ ਲੋਕ ਸਰਕਾਰ ਨੂੰ ਸਿਰਫ ਇਸੇ ਲਈ ਕ੍ਰਿਟਿਸਾਈਜ਼ ਕਰਦੇ ਤਾਂ ਕਿ ਉਹਨਾਂ ਦੀ ਆਪਣੀ ਪਾਰਟੀ ਜਿੱਤ ਜਾਏ। ਕੁਝ ਲੋਕਾਂ ਕੋਲ ਆਪਣੇ ਸਰਕਾਰ ਕੋਲ ਕੋਈ ਮੁੱਦੇ ਹੀ ਨਹੀਂ ਹੈ ਡਿਸਕਸ ਕਰਨ ਲਈ, ਤਾਂ ਉਹ ਦੂਸਰੇ ਦੇ ਜਿਹੜਾ ਹੈ ਉਹਨੂੰ ਕ੍ਰਿਟਿਸਾਈਜ਼ ਕਰਦੇ। ਸੋ ਦੋ ਗੱਲਾਂ 'ਚ ਬਹੁਤ ਫਰਕ ਹੈ। ਬਸ ਤੁਸੀਂ ਇਹ ਪਹਿਚਾਨਣਾ ਕਿ ਕੌਣ ਇਨਸਾਨ ਜੈਨੂਇਨਲੀ ਕੰਮ ਕਰਨ ਲਈ, ਰਿਫਾਰਮ ਕਰਨ ਲਈ ਕ੍ਰਿਟਿਸਾਈਜ਼ ਕਰ ਰਿਹਾ ਸਰਕਾਰ ਨੂੰ, ਤੁਹਾਨੂੰ ਦੱਸਣਾ ਚਾਹ ਰਿਹਾ ਕਿ ਸਰਕਾਰ ਤੁਹਾਨੂੰ ਪਾਗਲ ਬਣਾ ਰਹੀ ਹੈ। ਇਹ ਸਰਕਾਰ ਕਿਸ ਤਰ੍ਹਾਂ ਆਈ ਵਾਸ਼ ਕਰਕੇ ਜਿਹੜਾ ਹੈ ਪੈਸਾ ਜਿਹੜਾ ਐਕਸਚੈਕਰ ਦੇ ਥਰੂ ਆ ਰਿਹਾ ਹੈ ਉਹਨੂੰ ਮਿਸਯੂਜ਼ ਕਰ ਰਹੀ ਹੈ, ਜਾਂ ਕਿਸ ਤਰ੍ਹਾਂ ਉਹ ਪਾਲਿਸੀਜ਼ ਨੂੰ ਚੇਂਜ ਕੀਤਾ ਜਾ ਸਕਦਾ ਹੈ, ਨਾਟ ਓਨਲੀ ਫॉर ਸੀਟ, not only for post but for your reforms। ਇੱਕ ਚੀਜ਼ ਬੜੀ ਸਾਫ਼ ਸਾਹਮਣੇ ਆ ਰਹੀ ਹੈ ਉਗੜ ਕੇ ਕਿ ਆਪੋਜੀਸ਼ਨ ਦਾ ਮੂੰਹ ਈਡੀ ਭੇਜ ਕੇ, ਸੀਬੀਆਈ ਭੇਜ ਕੇ, ਇਨਕਮ ਟੈਕਸ ਅਥਾਰਟੀਜ਼ ਭੇਜ ਕੇ, ਤੇ ਇਸ ਤਰ੍ਹਾਂ ਦੇ ਕਈ ਹੋਰ ਚੈਨਲ ਐਗਜ਼ਾਸਟ ਕਰਕੇ ਬੰਦ ਕਰਾਇਆ ਜਾ ਰਿਹਾ ਹੈ। ਇੱਕ ਵਾਰੀ ਇੱਕ ਕੌਂਸਟੀਟਿਊਸ਼ਨਲ ਕ੍ਰਾਈਸਿਸ ਆ ਗਿਆ ਸੀ ਸੀਬੀਆਈ ਦੇ ਵਿੱਚ, ਜਿਹਦੇ ਵਿੱਚ ਮੈਂ ANI ਨੂੰ ਇੰਟਰਵਿਊ ਦਿੰਦਿਆਂ ਹੋਇਆਂ ਇਹ ਕਿਹਾ ਸੀਗਾ, ਜਦੋਂ ਡਾਇਰੈਕਟਰ ਵਰਸਿਸ ਡਾਇਰੈਕਟਰ ਹੋ ਗਿਆ ਸੀ ਉੱਥੇ, ਔਰ ਉਹਦੇ ਵਿੱਚ ਮੈਂ ਇਹ ਕਿਹਾ ਸੀ ਇਟ ਇਜ਼ ਕੌਂਸਟੀਟਿਊਸ਼ਨ ਵਰਸਿਸ ਇੰਸਟੀਟਿਊਸ਼ਨ, ਐਂਡ ਇੰਸਟੀਟਿਊਸ਼ਨ ਇਜ਼ ਸੁਪਰੀਮ ਔਰ ਕੌਂਸਟੀਟਿਊਸ਼ਨ ਇਜ਼ ਸੁਪਰੀਮ। ਇਟ ਇਜ਼ ਅ ਕ੍ਰਾਈਸਿਸ ਬਿਫੋਰ ਦੀ ਗਵਰਨਮੈਂਟ ਆਫ ਇੰਡੀਆ ਐਂਡ ਦੀ ਕੋਰਟਸ, ਔਰ ਅਜੇ ਤੱਕ ਉਹਦੇ 'ਤੇ ਕੋਈ ਮੇਰਾ ਖਿਆਲ ਹੈ ਕਿ ਰੀਜ਼ਨੇਬਲ ਜਜਮੈਂਟ ਨਹੀਂ ਆਇਆ। ਆਉਣਾ ਚਾਹੀਦਾ ਸੀ। ਜੇ ਇਹ ਕ੍ਰਿਟਿਸਿਜ਼ਮ ਸੀ ANI ਦੇ ਥਰੂ ਕਈ ਚੈਨਲਾਂ ਦੇ ਉੱਤੇ ਉਹ ਮੇਰਾ ਇੰਟਰਵਿਊ ਗਿਆ ਸੀਗਾ, ਤੇ ਜੇ ਇਹ ਕੌਂਸਟੀਟਿਊਸ਼ਨ ਨੂੰ ਡਿਸਟਰੋਏ ਕਰਨ ਲਈ, ਕੌਂਸਟੀਟਿਊਸ਼ਨ ਦੀ ਸੋਲ ਨੂੰ ਡਿਸਟਰੋਏ ਕਰਨ ਲਈ, ਜਿਹੜੇ ਸਾਡੇ ਹਿਜ਼ ਹੋਲੀਨੈਸ ਕੇਸ਼ਵਾਨੰਦ ਭਾਰਤੀ ਵਰਗੇ ਸੀਗੇ, ਉਹਨਾਂ ਨੇ ਅਮੈਂਡਮੈਂਟ ਨੂੰ ਚੈਲੰਜ ਕਰ ਦਿੱਤਾ ਸੀਗਾ, ਇਟ ਇਜ਼ ਅਨਕੌਂਸਟੀਟਿਊਸ਼ਨਲ। ਤੇ ਅੱਜ ਮੇਰਾ ਖਿਆਲ ਹੈ ਕੋਈ ਐਸਾ ਨਹੀਂ। ਦੂਜੀ ਚੀਜ਼ ਇਹ ਹੈ ਕਿ ਪੱਤਰਕਾਰੀ ਦੇ ਖੇਤਰ ਵਿੱਚ ਇੰਡੀਅਨ ਐਕਸਪ੍ਰੈਸ ਦਾ ਇੱਕ ਬੜਾ ਮਸ਼ਹੂਰ ਕੇਸ ਹੈ, ਜਿਸ ਨੇ ਪ੍ਰੈਸ ਦੀ ਆਜ਼ਾਦੀ ਵਾਸਤੇ ਆਵਾਜ਼ ਉਠਾਈ ਸੀ। ਦੋ ਸ਼ਬਦ ਇੱਧਰ ਵੀ।
ਸਰ ਬਹੁਤ ਰੈਲੀਵੈਂਟ ਜਿਹੜਾ ਕੇਸ ਲਾਅ ਬਾਰੇ ਤੁਸੀਂ ਗੱਲ ਕੀਤੀ, ਕੇਸ਼ਵਾਨੰਦਾ ਭਾਰਤੀ, ਜੇ ਉਸ ਟਾਈਮ ਤੇ ਕੇਸ਼ਵਾਨੰਦਾ ਭਾਰਤੀ ਇਸ ਚੀਜ਼ ਨੂੰ ਚੈਲੰਜ ਨਾ ਕਰਦਾ ਤਾਂ ਲਾਅ ਆਫ ਲੈਂਡ ਇਸਟੈਬਲਿਸ਼ ਨਾ ਹੁੰਦਾ। ਉਹ ਲਾਅ ਆਫ ਲੈਂਡ ਜੋ ਪਿਛਲੇ ਹੁਣ ਤੋਂ 50 ਸਾਲ ਤੱਕ ਜਿਹੜਾ ਹੈ ਅੱਗੇ ਵੀ ਰੈਲੀਵੈਂਟ ਹੈ, ਹੁਣ ਵੀ 50 ਸਾਲ ਉਹਦੀ ਰੈਲੀਵੈਂਸੀ ਰਹੀ ਹੈ। ਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਤਾਂ ਇੱਕ ਰੈਵੋਲੂਸ਼ਨ ਸੀਗਾ ਇੰਡੀਅਨ ਲੀਗਲ ਜੂਰਿਸਪ੍ਰੂਡੈਂਸ ਦੇ ਵਿੱਚ। ਸੋ ਜਿਸ ਤਰ੍ਹਾਂ ਉਹਨਾਂ ਨੇ ਇੱਕ ਇੰਸਟੀਟਿਊਸ਼ਨ ਨੂੰ ਚੈਲੰਜ ਕੀਤਾ ਕਿ ਵੀ ਅਮੈਂਡਮੈਂਟ ਇਸ ਤਰ੍ਹਾਂ ਕੋਈ ਵੀ ਸੰਸ਼ੋਧਨ ਜਿਹੜਾ ਹੈ ਸੰਵਿਧਾਨ 'ਚ ਨਹੀਂ ਹੋ ਸਕਦਾ, ਉਹ ਇੱਕ ਬਹੁਤ ਵੱਡਾ ਸਟੈਪ ਸੀ ਤੁਹਾਡੇ ਉਸ ਫਰੇਜ਼ ਨੂੰ ਸਹੀ ਕਰਦਾ ਹੋਇਆ ਕਿ ਕਨਸਟੀਟਿਊਸ਼ਨ ਵਰਸਸ ਇੰਸਟੀਟਿਊਸ਼ਨ। ਸੋ ਐਨ ਇੰਸਟੀਟਿਊਸ਼ਨ ਔਰ ਐਨ ਆਰਗੇਨਾਈਜੇਸ਼ਨ ਕੈਨ ਨਾਟ ਡਿਸਟਰੋਏ ਦੀ ਬੇਸਿਕ ਸਟਰਕਚਰ ਆਫ ਦੀ ਕਨਸਟੀਟਿਊਸ਼ਨ। ਐਨ ਇੰਸਟੀਟਿਊਸ਼ਨ ਕੈਨ ਨਾਟ ਟੱਚ something on the touchstone of making changes or development or growth। कुछ चीज़ां सिर्फ जो संविधान से लिखियां हुई हैं they are supreme, voice of people is supreme, everything is subject to the Constitution of India, nobody is above law। All these general principles of law or constitution stands true today just by your questions। ਵੇ ਬੈਕ 1950 ਤੋਂ ਜਾਂ 51 ਦੇ ਨੇੜੇ ਤੇੜੇ ਇੱਕ ਸੁਪਰੀਮ ਕੋਰਟ ਦਾ 13 ਜੱਜਿਸ ਦੇ ਬੈਂਚ ਦਾ ਫੈਸਲਾ ਸੀਗਾ ਵੀ ਸੋਲ ਆਫ ਦੀ ਕਨਸਟੀਟਿਊਸ਼ਨ ਕੈਨਟ ਬੀ ਡਿਸਟਰੋਇਡ ਔਰ ਅਟੈਕਡ ਐਂਡ ਕਨਸਟੀਟਿਊਸ਼ਨ ਇਜ਼ ਸੁਪਰੀਮ। ਔਰ ਅੱਜ ਸਾਡੀਆਂ ਕੋਰਟਾਂ ਨੇ ਇਸ ਚੀਜ਼ ਵੱਲ ਕਿੰਨੀ ਕੁ ਤਵੱਜੋ ਦਿੱਤੀ ਹੈ, ਜਿਹੜਾ ਅੱਜ ਵੀ ਉਹ ਬਿਲਕੁਲ ਠੀਕ ਹੈ ਔਰ ਸੈਟਲਡ ਲਾ ਹੈ ਔਰ ਕਿਸੇ ਤਰ੍ਹਾਂ ਵੀ ਅਪਸੈਟ ਨਹੀਂ ਹੋਇਆ। ਔਰ ਇਹਦੇ ਉੱਤੇ ਜੁਡੀਸ਼ੀਅਲ ਸਿਸਟਮ ਕਿਉਂ ਅੱਖਾਂ ਬੰਦ ਕਰਕੇ ਬੈਠਾ ਹੋਇਆ, ਇਸ ਬਾਰੇ ਕੁਝ ਕਹੋਗੇ? ਸਰ ਦੇਖੋ, ਜੁਡੀਸ਼ੀਅਲ ਸਿਸਟਮ ਦਾ ਅਸੀਂ ਬਹੁਤ ਪਹਿਲਾਂ ਵੀਡੀਓਜ਼ 'ਚ ਵੀ ਬੜੀ ਗੱਲ ਕੀਤੀ ਹੈ। ਮੈਨੂੰ ਇਹਦਾ ਲੱਗਦਾ ਕਿ ਕੁਝ ਚੀਜ਼ਾਂ, ਕੁਝ ਕੰਸਟ੍ਰੇਂਟਸ ਜਿਹੜਾ ਜੁਡੀਸ਼ਰੀ ਦੇ ਵਿੱਚ ਵੀ ਆਰ ਸਟਿਲ ਨਾਟ ਅਵੇਅਰ ਆਫ ਦੈਮ, ਲੇਕਿਨ ਜਿਹੜੇ ਕੰਸਟ੍ਰੇਂਟਸ ਉਹ ਵਿਜ਼ੀਬਲੀ ਦਿਖਦੇ ਹੈ ਕਿ ਕਿਸ ਤਰ੍ਹਾਂ ਜੁਡੀਸ਼ਰੀ ਜਿਹੜਾ ਹੈ ਇਨਕੇਪੇਬਲ ਆਫ ਆਨਸਰਿੰਗ ਫਿਊ ਕੁਐਸਚਨਸ ਹੈ, ਇਨਕੇਪੇਬਲ ਆਫ ਗਿਵਿੰਗ ਰਿਲੀਫ ਟੂ ਪੀਪਲ ਜਿਹੜਾ ਕਿ ਸਿਰਫ ਫਰੀडम ਆਫ ਸਪੀਚ ਨੂੰ ਪੋਜ਼ਿਟਿਵਲੀ ਐਕਸਰਸਾਈਜ਼ ਕਰ ਰਹੇ ਆ। ਤੇ ਜੁਡੀਸ਼ਰੀ ਦਾ ਇਹ ਰੋਲ ਜਿਹੜਾ ਪ੍ਰੋਐਕਟਿਵ ਰੋਲ ਜਿਹੜਾ ਹੈ ਇਹ ਮਤਲਬ ਫਰਮ ਟਾਈਮ ਇਮੈਮੋਰੀਅਲ ਸਾਨੂੰ ਪਤਾ ਹੈ ਕਿ ਹੈਗਾ, ਲੇਕਿਨ ਕਿੱਦਾਂ ਹੀ ਐਕਸਰਸਾਈਜ਼ ਹੋਣਾ ਹੈ ਇਹ ਸ਼ਾਇਦ ਹਜੇ ਵੀ ਇਨਐਬਿਲਿਟੀ ਹੈ ਆਫ ਦੀ ਜੁਡੀਸ਼ਰੀ, ਜਿਹੜੀ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਬੀਇੰਗ ਪਾਰਟ ਆਫ ਦਿਸ ਲੀਗਲ ਮਸ਼ੀਨਰੀ ਵੀ ਮੈਂ ਕਹਿ ਰਹੀ ਹਾਂ ਕਿ ਹਾਂਜੀ ਸਾਡੀ ਜੁਡੀਸ਼ਰੀ ਵੱਲੋਂ ਕੁਝ ਲੈਕ ਹੋ ਰਿਹਾ ਹੈ। ਜੇ ਇਹ ਸਾਡੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਕਨਸਟੀਟਿਊਸ਼ਨਲ ਪਾਵਰ ਨੂੰ ਐਕਸਰਸਾਈਜ਼ ਕਰਕੇ ਇਸ ਇਰਰੈਪੇਰੇਬਲ ਡੈਮੇਜ ਨੂੰ ਕਿਸੇ ਤਰ੍ਹਾਂ ਵੀ ਕੰਟਰੋਲ ਕਰਨ ਦਾ ਨਹੀਂ ਯਤਨ ਕਰਦੀ ਤੇ ਅਸੀਂ ਆਉਣ ਵਾਲੀਆਂ ਜਨਰੇਸ਼ਨਸ ਲਈ ਕੀ ਛੱਡ ਕੇ ਜਾ ਰਹੇ ਹਾਂ, ਇਹ ਆਪਣੇ ਆਪ ਦੇ ਵਿੱਚ ਕਰ ਰਿਹਾ ਬੜੇ ਵੱਡੇ ਸਵਾਲ। ਤੇ ਜੇ ਤੁਸੀਂ ਇਹਦੇ ਵਿੱਚ ਕੁਝ ਹੋਰ ਐਡ ਕਰਨਾ ਚਾਹੁੰਦੇ ਹੋ ਜ਼ਰੂਰ ਕਰੋ, ਆਪਣੇ ਫੀਡਬੈਕ ਜ਼ਰੂਰ ਦਿਓ। ਔਰ ਤੁਹਾਨੂੰ ਇਹ ਵੀ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਦੇਸ਼ ਹਿੱਤ ਵਿੱਚ ਸ਼ੇਅਰ ਕਰ ਦੇਣਾ, ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣਾ। ਤੁਹਾਡਾ ਫੀਡਬੈਕ, ਤੁਹਾਡੀ ਐਨਕਰੇਜਮੈਂਟ, ਤੁਹਾਡਾ ਹੌਸਲਾ ਤੇ ਤੁਹਾਡੀਆਂ ਨਾਲ ਗੱਲਾਂ ਜਿਹੜੀਆਂ ਹੁੰਦੀਆਂ ਫੋਨ 'ਤੇ, ਮੇਰਾ ਫੋਨ ਨੰਬਰ 9888290006, ਇਹਦੇ 'ਤੇ ਤੁਸੀਂ ਫੀਡਬੈਕ ਦਿੰਦੇ ਰਹਿੰਦੇ ਹੋ, ਕਰਦੇ ਰਹਿੰਦੇ ਹੋ। ਔਰ ਜਿਹੜੀਆਂ ਇਹ ਹਰਡਲਸ ਆ ਰਹੀਆਂ, ਜਿਹੜੇ ਜਿਵੇਂ ਮੈਂ ਤੁਹਾਨੂੰ ਦਿਖਾ ਰਿਹਾ, ਜੁਡੀਸ਼ਰੀ ਐਂਡ ਐਗਜ਼ੀਕਿਊਟਿਵ ਤੇ ਲੈਜਿਸਲੇਚਰ, ਜੁਡੀਸ਼ਰੀ ਇੱਧਰ ਸਾਡੀ ਬੈਕ ਸਾਈਡ 'ਤੇ ਹੈ, ਮੈਮ ਦੇ ਉਹ ਲੈਜਿਸਲੇਚਰ ਤੇ ਐਗਜ਼ੀਕਿਊਟਿਵ ਉਹਨਾਂ ਦੀ ਬੈਕ ਸਾਈਡ 'ਤੇ ਹੈ। ਤੇ ਵਿੱਚ ਹਰਡਲ ਜਿਹੜੀ ਹੈ ਇਹ ਯੈਲੋ ਕਲਰ ਦੀ, ਇਹ ਕੀ ਦਰਸਾ ਰਹੀ ਹੈ? ਕਿਤੇ ਲਿਖਿਆ ਹੋਇਆ ਸਟਾਪ ਫॉर ਚੈਕਿੰਗ, ਕਿਤੇ ਲਿਖਿਆ ਹੋਇਆ ਚੰਡੀਗੜ੍ਹ ਪੁਲਿਸ, ਕਿਤੇ ਕੁਛ ਲਿਖਿਆ ਹੋਇਆ। ਲੇਕਿਨ ਇਹ ਸਟਾਪ ਜਿਹੜੇ ਹੈ ਸਿਰਫ ਉਹਨਾਂ ਟੈਕਸ ਪੇਅਰਸ ਵਾਸਤੇ ਹੀ ਨੇ ਜਿਹੜੇ ਟੈਕਸ ਪੇ ਕਰਦੇ ਆ ਔਰ ਇਹਨਾਂ ਦੀ ਲਗਜ਼ਰੀ ਵਾਸਤੇ ਕਰਦੇ ਆ। ਇਹ ਕਰ ਦਿੱਤਾ ਖੜਾ ਸਵਾਲ ਤੁਹਾਡੇ ਨਾਲ, ਤੇ ਸਤਿ ਸ੍ਰੀ ਅਕਾਲ।